ਜਿਨੀ ਤੂੰ ਸੇਵਿਆ ਪਾਉ ਕਰ, ਸੇ ਤੁਧ ਪਾਰ ਉਤਾਰਿਆ। ਜਿਨੀ ਤੂੰ ਸੇਵਿਆ, ਜਿਨੀ ਤੂੰ ਸੇਵਿਆ, ਪਾਉ ਕਰ, ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਧ ਸਭ ਪਰਵਾਰਿਆ। ਜੁਗੋ ਜੁਗ ਅਟਲ ਚਵਰ ਛਤਰ ਤਖਤੇ ਮਾਲਕ, ਜਹਰਾ ਦਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਬੜਭਾਗੇ ਹੋ ਜੋ ਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸਤ ਸੰਗਤ ਵਿੱਚ ਬੈਠ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਆਪਣੀ ਹਾਜ਼ਰੀ ਗੁਰੂ ਰਾਮਦਾਸ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਲਵਾ ਕਰਕੇ ਆਪਣੇ ਜੀਵਨ ਦੇ ਉਹਨਾਂ ਸਵਾਸਾਂ ਨੂੰ ਸਫਲਾ ਬਣਾ ਰਹੇ ਹੋ ਜੋ ਕਈ ਵਾਰ ਇਨਸਾਨ ਕੋਲ ਵਿਅਰਥ ਚਲੇ ਜਾਂਦੇ ਹੋ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ ਸਾਧ ਸੰਗਤ ਜੀ, ਤਾਂ ਪੜ੍ਹਦਿਆਂ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੁਨੀਆ ਦੇ ਵਿੱਚ, ਉਸ ਸਮੇਂ ਦੇ ਵਿੱਚ ਜਦੋਂ ਆਪਾਂ ਚਲੇ ਜਾਂਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਸਾਡੇ ਉਸ ਸਮੇਂ ਦੇ ਮੁਤਾਬਕ ਜਦੋਂ ਆਪਾਂ ਪੜ੍ਹ ਰਹੇ ਹੁੰਦੇ ਇੱਕ ਵੱਖਰਾ ਜਿਹਾ ਹੀ ਇੱਕ ਉਤਸ਼ਾਹ, ਇੱਕ ਹੁਲਾਰਾ ਜਿਹਾ ਪੈਦਾ ਹੋ ਜਾਂਦਾ ਹੈ ਕਿ ਕੈਸਾ ਸਮਾਂ ਸੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਸ ਧਰਤੀ ਤੇ ਆਗਮਨ ਹੋਇਆ। ਔਰ ਉਸ ਸਮੇਂ ਦੇ ਵਿੱਚ ਜੋ ਉਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਆਪਣੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਭਾਵ ਭਗਤੀ ਨੂੰ ਨਹੀਂ ਛੱਡਿਆ। ਉਹਨਾਂ ਦੇ ਪਿਤਾ ਵੱਲੋਂ, ਉਹਨਾਂ ਦੀ ਮਾਤਾ ਦੇ ਵੱਲੋਂ ਜੋ ਪਾਏ ਹੋਏ ਪੂਰਨੇ ਸਨ, ਸੰਸਕਾਰ ਸਨ, ਉਹਨਾਂ ਤੇ ਚਲਦਿਆਂ ਹੋਇਆਂ ਜੀਵਨ ਦੀਆਂ ਬੇਅੰਤ ਕਠਿਨਾਈਆਂ ਨੂੰ ਸਾਹਮਣੇ ਰੱਖ ਕਰਕੇ ਵੀ ਸੇਵਾ ਤੇ ਸਿਮਰਨ ਨੂੰ ਨਹੀਂ ਛੱਡਿਆ।
ਤਾਂ ਹੀ ਰਾਮਕਲੀ ਰਾਗ ਦੇ ਵਿੱਚ ਸੱਤਾ ਤੇ ਬਲਵੰਡ ਜੀ ਜੋ ਕਹਿ ਰਹੇ ਹਨ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਜਿਸ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਇਸ ਧਰਤੀ ਤੇ ਭੇਜਿਆ, ਉਹਨਾਂ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ ਕੀਤਾ ਹੈ। ਪਰ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਇੱਕ ਕਰਾਮਾਤ ਵਰਤ ਜਾਣੀ। ਜੇ ਇੱਕ ਕੋਈ ਬੱਚਾ ਗਰੀਬ ਹੈ, ਇੱਕ ਬੱਚਾ ਜਿਹਦੇ ਸਿਰ ਦੇ ਉੱਤੇ ਪਿਤਾ ਦਾ ਸਾਇਆ ਨਹੀਂ, ਮਾਤਾ ਨਹੀਂ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਵੇ, ਉਹਦੇ ਬਾਰੇ ਕਿਹਾ ਜਾਵੇ, ਬੈਠਾ ਸੋਢੀ ਪਾਤਸ਼ਾਹ ਰਾਮ ਦਾ ਸਤਿਗੁਰੂ ਕਹਾਵੇ। ਔਰ ਵੱਡੇ ਵੱਡੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਕਹਿਲਾਉਂਦੇ ਹੋਏ ਦੁਨੀਆ ਦੇ ਅਮੀਰ ਤੋਂ ਅਮੀਰ ਵਿਅਕਤੀ ਆ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸੀਸ ਨਿਵਾਣ, ਤੇ ਇਹ ਕਰਾਮਾਤ ਤੋਂ ਘੱਟ ਨਹੀਂ ਹੋ ਸਕਦਾ ਸਾਸ। ਸੋ ਸੰਖੇਪ ਜਾਂ ਜੀਵਨ ਮੈਂ ਗੁਰੂ ਰਾਮਦਾਸ ਜੀ ਦਾ ਕਹਿਣਾ ਹੈ, ਕਿਉਂਕਿ ਪੂਰੇ 8 ਵਜੇ ਸਮਾਪਤੀ ਹੋ ਜਾਣੀ ਹੈ। ਹਜ਼ੂਰੀ ਰਾਗੀ ਸ਼ੀਸ਼ਗੰਜ ਸਾਹਿਬ ਜੀ ਤੋਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਆਪ ਜੀ ਦੀ ਸੇਵਾ ਦੇ ਵਿੱਚ ਤਕਰੀਬਨ 8 ਵਜੇ ਪਹੁੰਚ ਜਾਣਗੇ। ਜਦੋਂ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਸਾਂ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਇਹ ਪਾਵਨ ਸ਼ਬਦ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਹਦੇ ਅੰਦਰੂਨੀ ਅਰਥ ਹਨ। ਜਿਸ ਹਿਰਦੇ ਦੇ ਵਿੱਚ ਗੁਰੂ ਦੀ ਵਿਚਾਰ ਆ ਕੇ ਟਿਕ ਜਾਵੇ, ਉਹ ਹਿਰਦਾ ਹਰਿਆ ਭਰਿਆ ਹੋ ਜਾਂਦਾ ਹੈ। ਪਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਆ ਕਰਕੇ ਟਿਕੇ, ਜਿੱਥੇ ਉਹਨਾਂ ਦਾ ਆਗਮਨ ਹੋਇਆ, ਉਹਦੇ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇੱਕੋ ਪੰਕਤੀ ਦਾ ਸ਼ਬਦ ਹੈ ਵੀ ਲਾਹੌਰ ਸ਼ਹਿਰ ਜਿੱਥੇ ਸਵਾ ਪਹਿਰ ਰਹਿੰਦਿਆਂ ਹੋਇਆਂ ਕਹਿਰ ਵਰਤਦਾ ਹੈ, ਜਿੱਥੇ ਮਾਸੂਮ ਜਾਨਵਰਾਂ ਨੂੰ ਵੱਢਿਆ ਜਾਂਦਾ ਹੈ, ਔਰ ਉੱਥੇ ਫਿਰ ਉਹਨਾਂ ਮਾਸੂਮ ਜਾਨਵਰਾਂ ਦੇ ਚੀਕ ਚਹਾੜੇ ਰਾਤ ਨੂੰ ਸੁਣਾਈ ਦਿੰਦੇ ਹਨ। ਉਹਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸਵਾ ਪਹਿਰ ਉੱਥੇ ਕਹਿਰ ਵਰਤਦਾ ਹੈ। ਪਰ ਲਾਹੌਰ ਸ਼ਹਿਰ, ਜਦੋਂ ਆਪਾਂ ਬਾਬਰ ਦੇ ਬਾਰੇ ਪੜ੍ਹਦੇ ਹਾਂ, ਤੇ ਬਾਬਰ ਦਾ ਚੌਥਾ ਹਮਲਾ ਜਦੋਂ ਹੋਇਆ ਸੀ, ਉਸ ਵੇਲੇ ਬਾਬਰ ਨੇ ਲਾਹੌਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਕੱਟ-ਵੱਢ ਕੀਤੀ। ਔਰ ਉਸੇ ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਕਹਿਰ ਵਰਤਦਾ ਸੀ, ਉਸੇ ਲਾਹੌਰ ਸ਼ਹਿਰ ਦੇ ਵਿੱਚ ਇੱਕ ਜਿਹੜੀ ਮੋਤੀਆਂ ਦਾ ਮਣਕਣਿਆਂ ਦਾ ਕੰਮ ਹੁੰਦਾ ਸੀ, ਜਿਹਨੂੰ ਚੂਨਾ ਮੰਡੀ ਕਹਿੰਦੇ ਨੇ। ਮੋਤੀ ਛੋਟੇ ਛੋਟੇ ਕਿਣਕੇ ਜਿਹੜੇ ਚੂਣ ਹੁੰਦੀ ਹੈ, ਉਹ ਚੂਣਾ ਮੰਡੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਪਰ ਕਦੀ ਮਾਤਾ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਸ ਮੇਰੀ ਭਾਗ ਭਰੀ ਕੁੱਖ ਦੇ ਵਿੱਚੋਂ ਇਸ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਈਆਂ ਨੇ ਨਾਮ ਭਾਈ ਜੇਠਾ ਜੀ ਲਿਖਿਆ, ਪਰ ਜ਼ਿਆਦਾਤਰ ਭਾਈ ਰਾਮਦਾਸ ਜੀ ਆਇਆ ਹੈ। ਬਾਬਾ ਰਾਮਦਾਸ ਜੀ ਕਹਿ ਲਈਏ, ਗੁਰੂ ਨਹੀਂ ਸਨ ਬਣੇ। ਤੇ ਉਸ ਵੇਲੇ ਮਾਤਾ ਨੂੰ ਨਹੀਂ ਸੀ ਪਤਾ ਕਿ ਆਹ ਜਿਹੜਾ ਪੁੱਤਰ ਮੇਰੇ ਘਰ ਪੈਦਾ ਹੋਇਆ ਹੈ, ਇਹ ਇਸ ਦੇ ਦਰ ਦੇ ਉੱਤੇ ਵੱਡੇ ਵੱਡਿਆਂ ਦਾ ਸੀਸ ਝੁਕਿਆ ਕਰੇਗਾ, ਪਰ ਇਸ ਦਾ ਜਿਹੜਾ ਸੰਸਾਰ ਦੇ ਵਿੱਚ ਵੱਖਰਾ ਹੀ ਇਹਨਾਂ ਦਾ ਜਿਹੜਾ ਹੈ, ਸੰਸਾਰ ਦੇ ਵਿੱਚ ਇਹਨਾਂ ਦਾ ਨਾਮ ਰੋਸ਼ਨ ਹੋਏਗਾ। ਪਰ ਜਿਹੜਾ ਵੀ ਗੁਰੂ ਰਾਮਦਾਸ ਜੀ ਦਾ ਨਾਮ ਲਵੇਗਾ, ਉਹਦੀਆਂ ਕੁੱਲਾਂ ਤੱਕ ਤਰ ਜਾਣਗੀਆਂ। ਕੀ ਹੋਇਆ, 2 ਸਾਲ ਦੇ ਜਦੋਂ ਸਨ, ਤੇ ਮਾਤਾ ਦਇਆ ਕੌਰ ਜੀ ਚੜ੍ਹਾਈ ਕਰ ਗਏ। 7 ਸਾਲ ਦੇ ਹੋਏ ਤੇ ਪਿਤਾ ਬਾਬਾ ਹਰਦਾਸ ਜੀ ਉਹ ਵੀ ਚੜ੍ਹਾਈ ਕਰ ਗਏ। ਪਰ ਆਪ ਜੀ ਦਾ ਜਨਮ ਜਿਹੜਾ ਹੈ 1534 ਈਸਵੀ ਦਾ ਦੱਸਿਆ ਜਾਂਦਾ ਹੈ। ਉਸ ਵੇਲੇ ਆਪ ਜੀ ਦਾ ਆਗਮਨ ਹੋਇਆ
पर घर दे विच कोई वड्डा ना होने करके, क्योंकि सारी जिम्मेवारी अपने निक्के निक्के मोढियां ते आ गई। 7 सालां की कोई उम्र नहीं हुंदी साध संगत, बच्चा अपने आप नूं अपनी क्रिया ही बड़ी मुश्किल दे नाल संभालदा है। वेख्या नानी जिहड़ी बासरके रहिंदी सी, ये बासरके पिंड गुरु अमरदास महाराज जी का जन्म भूमि पिंड है, जिथे गुरु अमरदास जी महाराज रहंदे सी। और ये जो जदों बाबा राम गुरु जी के पिता जी बाबा हरदास जी चढ़ाई करते हैं, उस वेले नेड़े तेड़े ही गुरु अमरदास महाराज नूं किसे उस साधु ने यह गल कही सी कि निगुरे काहे नाउंगरा। ते उस वेले बीबी अमरो दे कोलों बाणी सुन करके, क्योंकि बीबी अमरो जी गुरु अंगद देव जी महाराज जी की बेटी सन, सुपुत्री सन, और गुरु अमरदास महाराज जी के छोटे भरा मानक चंद जिन्हों का पुत्र जस्सू उहदे घर विआहे हुए सन। उन्होंने कोलों जदों सुनिया तां बाणी सुन करके गुरु अंगद देव महाराज जी के चरणों में जा टिके और उत्थों दे होके रह गए। उस वेले कुछ कम्मां कारां नूं कदी कदी पिंड आते सन, ते इधर नानी ने भाई जेठे जी नूं गुरु रामदास जी नूं जदों छोटे छोटे सन वेख्या भी इत्थे चाचे ताए कोई देखभाल करन वाले नहीं, ते उस वेले नानी ने की कीता, अपने दोते नूं नाल लै करके पिंड बासर के आ गए। और तकरीबन जदों इत्थे आए तो उस वेले गुरु अमरदास जी महाराज जी दे नाल, जदों कि हालांकि बाबा अमरदास जी गुरता गद्दी ते विराजमान नहीं सन होए, इत्थे प्राहुणाचारी जदों करन आउंदे सन भी तुहाडा जी पहला धी गुजर गई है। पिंड दे अज भी कई लोग जिहड़े ने रल मिल के जांदे ने दुख साझा करन वास्ते, जिन्हों आपां मुकाणा कहने आ। ते गुरु अमरदास महाराज जी भी उस वेले आए। आप जी का चेहरा वेख करके आप जी के सिर ते हथ रखिया कि बालक जिहड़ा है चंगे गुणा का मालिक होवेगा। ते उस वेले तकरीबन नानी ने अपने गुजर बसर करने वास्ते भी साडे दोनों का जिहड़ा है आपस में गुजारा जिहड़ा चल जाए, तो एक छाबड़ी दे विच कुछ छोले जिहड़े ने उबाल करके घुगणियां जिन्हों आपां कहने आ वो उबाल करके दे देनियां। ते आप जी ने गली गली दे विच एक तलाब सी उस जगह ते जिथे अज भी बीबी अमरो जिहदी समाध बनी हुई है, जिन्हों शेराटा साहब के नाल ही पिंड पैंदा बासर के 3-4 किलोमीटर की दूरी ते है, उत्थे तलाब के नेड़े ही, क्योंकि ये बहुत बड़ा पिंड जिहड़ा सी वसों वाला सी, उस जगह ते एक तलाब दे जिथे आकर के राही इशनान करते सन, पानी पींदे सन, थोड़ी देर आराम करते सन रुखां दे थल्ले। ते भाई रामदास भाई जेठा जी दे कोलों उस वेले उन्हां दे कोलों कुछ घुगणियां खा करके गुजारा कर लेंदे सन। और आप जी दे अंदर भाव भगती ऐसी सी, सेवा सिमरन ऐसा सी कि आप जी कई बार कहना किसी को पैसे नहीं सन भी होंदे तां भी दे देंदे सन, उन्हां दी भुख शांत कर देंदे सन। पर उन्हां लोकां नूं नहीं सी पता भी जिहड़ा अज सानूं घुगणियां वेचदा पिया, जिहड़ा सानूं अज एक मुठ भर करके एवें ही सानूं दे दिंदा है, साडे कोल पैसे नहीं होंदे, कोई वक्त आएगा इहदे घर दे विच दिन रात लंगर चलणगे और लखां लोग जिहड़े ने लंगर छकिया करनगे और एक ज़बान आखिया करनगे धन धन रामदास गुरु। और उहदे घर बारे कहणगे डिठे सभे थाव नहीं तुद जिहा बद्धो पुरख विधाते तां तो सोया। इस तरह का थान, इस तरह का सोहना घर गुरु रामदास जी का होया करेगा, जिहड़ा एक घुगणियां विचदा। कोई आखी जदों गुरु अमरदास महाराज जी के उत्ते बख्शिश हुई, आप जी सेवा सिमरन दे विच पूर्ण तौर पर गुरु साहब जी नूं भागे। गुरता गद्दी की जदों पता लग्या भी जिम्मेवारी गुरु अमरदास जी के उत्ते आउणी है, उस वेले गुरु अंगद देव महाराज ने कृपा की। गुरु अमरदास महाराज ने कहा कि तुसीं ब्यासा के कंढे ते एक नगर वसाओ गोइंदवाल।
और उत्थे बौली साहब की सेवा हुई, जिथे पानी की किल्लत सी, पानी का प्रबंध करने वास्ते, क्योंकि दो चीज़ां बड़ियां जरूरी होया करदियां सन, एक पानी ते एक लंगर। और गुरु अमरदास महाराज जी ने उत्थे लंगर भी चलाया ते उत्थे पानी की व्यवस्था वास्ते बौली साहब की जिहड़ा है खुदाई भी करवाई। और जदों गुरु अमरदास महाराज जी उस बासरके पिंड तो गोइंदवाल आउंदे हन और सब पासे चर्चा फैल जाती है कि गुरु अंगद देव जी महाराज गुरता गद्दी गुरु अमरदास महाराज नूं देणगे, ते उन्हां दे पिंड वासियों के मन में बड़ी खुशी उमंग होंदी है भी साडे पिंड दे विचों बाबा, क्योंकि गुरु अमरदास महाराज वैसे भी समाजिक कामां दे विच अगे सन। और उन्होंने जदों सुनिया भी ये जिम्मेवारी भी इन्हां दे सिर ते आ रही, बड़े खुश होए। कई जिहड़े पिंड दे लोग सन उन्होंने कहा भी असीं भी तुहाडे नाल जाने आ। उत्थों ही भाई जेठे जी का सफ़र शुरू होया, नानी नूं नाल लै करके बासरके तो, क्योंकि 10-11 साल उत्थे रह चुके सन, 17 साल की उम्र सी, ते उस वेले गोइंदवाल आ गए। और इत्थे आ करके एक तो गुरु अमरदास जी के पिंड दे विच रहिंदे सन, नानके उत्थे सन भाई जेठा जी दे। फिर गुरु अमरदास महाराज जी ने गोइंदवाल वसाया, तो उत्थे भी तकरीबन आप जियां ने 21 साल सेवा सिमरन किया, नाल नाल किरत की, किरत नहीं छड्डी। वेख्या हालांकि लंगर चलदा सी, बौली साहब की सेवा हो रही सी, सब पासे संगतां लंगर छकदियां सन, सेवा सिमरन हुंदा सी, पर आप जी ने वेख्या कि गुरु अमरदास महाराज जी लंगर दे विचों प्रशादा नहीं सकते। वो अपनी दुकानदारी जो वो पहला भी करते सन, वो करके अपनी किरत कर करके लंगर छकिया करते सन। तो आप जी ने भी ये सोचा भी नहीं, सानू किरत करनी चाहिए है। आप जी घुगरियां बेचण वाली किरत नहीं छड्डी और आकर के उथे गुरु साहब के चरणों के संगतां की सेवा करनी, जोड़े झाड़ने, बर्तन मांजने, बौली साहब के विच सेवा करनी, सिर ते टोकरी ढोनी। और आप जी के वल वेख करके जदों माता मनसा देवी ने कहा सी कि पुत्री बीबी भानी, जिसका नाम मकालफ वर्गिया ने छोटी होने के कारण उन्हां दा नाम जिहड़ा है बीबी भानी दसिया। हालांकि भानी नाम जिहड़ा है वो उन्हां दा नाम तां पिया क्योंकि भाने दे विच सन रहिंदे। और बीबी भानी जदों वरदे योग होए उस वेले माता मनसा देवी गुरु अमरदास महाराज जी की धर्म सपत्नी, उन्होंने कहा कि बच्ची वड्डी हो गई, इन्हां दे वास्ते कोई योग वार सानू लभना चाहिए। और गुरु अमरदास महाराज ने कह दिता कोई ऐसा कोई चंगा वार होवे ते सानू दसना। एक बारी रस्ते तो आंदियां आंदियां गलबात करदियां करदियां पुछया भी किस तरह का वार होवे, कहन लगे भाई जेठे जी वर्गा, क्योंकि सारे गुण भाई जेठे दे विच सन। एक बारी साध संगत जी मन बिरतियां नूं एकागर करिए और सारी ही एक बारी गज के आखिए सतनाम श्री वाहिगुरू। और जदों रस्ते में आ रहे सन तां माता मनसा देवी जी कहन लगे भी जेड़ा बीबी भानी वास्ते वार होवे वो भाई जेठे जी वर्गा होवे, क्योंकि सारे गुण उन्हां दे अंदर हैं। सेवा सिमरन भी है और जिथे सेवा करते हैं उत्थे किरतकार भी करते हैं, सारे गुण उन्हां दे विच हन। तो फिर गुरु अमरदास महाराज जी कहन लगे जे तुसीं कहंदे हो भी भाई जेठे वर्गा होवे, पर फिर जेठे वर्गे वर्गा तो फिर केवल जेठा ही है। ये जे गुण वेखने ने ये जो उन्हां दे अंदर तुहाडे अंदर भावना बनी है, तो फिर ये सारा कुछ जिन्ने भी गुण हैं ये सारे भाई जेठे विच ही हैं। तो फिर जेठा ही बीबी भानी का योग वर होवेगा। रिश्ता गंढिया गया। हुण बचन जिहड़े सन वो सतगुरु जी ने कर दिते, पर माता मनसा देवी के मन में शंका कि जिहड़ा आप घुगड़ियां बेचदा
ਬੱਚੀ ਨੂੰ ਕੀ ਖਿਲਾਏਗਾ? ਜਿਹਦਾ ਆਪਣਾ ਕੋਈ ਘਰ ਘਾਟ ਚੰਗਾ ਨਹੀਂ, ਨਾ ਤੁਸੀਂ ਉਹਨਾਂ ਦੇ ਪਿੱਛੇ ਕੋਈ ਪਰਿਵਾਰ ਨੂੰ ਵੇਖਿਆ, ਨਾ ਕੋਈ ਉਹਨਾਂ ਦਾ ਖਾਨਦਾਨ ਵੇਖਿਆ, ਤੁਸੀਂ ਰਿਸ਼ਤਾ ਜਿਹੜਾ ਹੈ ਉਹ ਗੰਢ ਦਿੱਤਾ ਹੈ। ਪਰ ਸਤਿਗੁਰੂ ਜੀ ਨੇ ਇਹ ਰਿਸ਼ਤਾ ਐਵੇਂ ਨਹੀਂ ਸੀ ਗੰਢਿਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਜੀ ਨੂੰ ਕਈ ਸਾਲਾਂ ਤੋਂ ਜਾਣਦੇ ਸਨ, ਔਰ ਤਕਰੀਬਨ 14-15 ਸਾਲਾਂ ਤੋਂ ਜਿਹੜਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠੇ ਨੂੰ ਵੇਖ ਰਹੇ ਸਨ, ਜਿਹੜੇ ਕਿ ਸੇਵਾ ਵੀ ਕਰ ਰਹੇ ਸਨ, ਆਪਣੀ ਕਿਰਤਕਾਰ ਵੀ ਕਰਦੇ ਸਨ। ਬੌਲੀ ਸਾਹਿਬ ਦੇ ਅੰਦਰ ਵੀ ਉਹਨਾਂ ਨੇ ਆ ਕਰਕੇ ਜਦੋਂ ਸੇਵਾ ਕਰਨੀ, ਸਿਰ ਤੇ ਟੋਕਰਾ ਰੱਖਣਾ ਔਰ ਸੇਵਾ ਲਗਨ ਦੇ ਨਾਲ ਕਰਨੀ, ਤਾਂ ਆਪ ਜੀਆਂ ਨੇ ਆਪਣੀ ਬੱਚੀ ਦਾ ਰਿਸ਼ਤਾ ਜਿਹੜਾ ਹੈ ਆਨੰਦ ਕਾਰਜ ਭਾਈ ਜੇਠੇ ਜੀ ਦੇ ਨਾਲ ਕੀਤਾ। ਔਰ ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਆਪ ਦੀ ਸੇਵਾ ਵਿੱਚ ਲੱਗੇ ਰਹੇ, ਔਰ ਕਦੀ ਵੀ ਸਾਕ ਨਹੀਂ ਜਾਤਾ। ਬੰਸਾਵਨੀ ਨਾਮੇ ਵਿੱਚ ਲਿਖਿਆ ਕਿ ਕਦੀ ਸਾਕ ਨੂੰ ਮੁੱਖ ਨਹੀਂ ਰੱਖਿਆ ਕਿ ਮੈਂ ਜਵਾਈ ਹਾਂ ਤੇ ਮੈਂ ਇੱਥੇ ਟੋਕਰੀ ਭੇਟਾਉਂਦਾ ਹਾਂ। ਉਹਨਾਂ ਨੇ ਸੇਵਾ ਸਿਮਰਨ ਦੇ ਵਿੱਚ ਲੱਗੇ ਰਹੇ, ਤਕਰੀਬਨ 21 ਸਾਲ ਸੇਵਾ ਕੀਤੀ, ਸਿਮਰਨ ਕੀਤਾ। ਅਖੀਰ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਸਵਾਲ ਸਾਹਮਣੇ ਰੱਖ ਦਿੱਤਾ, ਕਿਉਂਕਿ ਦੋ ਜਵਾਈ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਇੱਕ ਭਾਈ ਰਾਮਾ ਜੀ, ਇੱਕ ਭਾਈ ਜੇਠਾ ਜੀ, ਇੱਕ ਬੀਬੀ ਭਾਨੀ ਜੀ, ਇੱਕ ਬੀਬੀ ਦਾਨੀ ਜੀ। ਬੀਬੀ ਭਾਨੀ ਜੀ ਦੇ ਜਿਹੜੇ ਪਤੀ ਹਨ ਭਾਈ ਜੇਠਾ ਜੀ ਹਨ, ਔਰ ਦਾਨੀ ਜੀ ਦੇ ਬੀਬੀ ਦਾਨੀ ਜੀ ਦੇ ਜਿਹੜੇ ਪਤੀ ਹਨ ਭਾਈ ਰਾਮਾ ਜੀ ਹਨ। ਹੁਣ ਇਹ ਜਿਹੜਾ ਸਵਾਲ ਹੈ, ਇਹ ਜਿਹੜੀ ਪ੍ਰੀਖਿਆ ਹੈ, ਇਹ ਤਕਰੀਬਨ ਸਾਰੇ ਹੀ ਗੁਰੂ ਲੈਂਦੇ ਆਏ ਸਨ। ਇੱਕ ਗੁਰੂ ਇੱਕ ਲੋਟਾ ਇੱਕ ਛੱਪੜ ਦੇ ਵਿੱਚ ਸੁੱਟ ਕਰਕੇ ਬਾਹਰ ਕੱਢ ਕੇ ਲਿਆਉਣ ਨੂੰ ਕਹਿੰਦਾ ਹੈ, ਮਰੀ ਹੋਈ ਚੂਈ ਉਸ ਧਰਮਸ਼ਾਲਾ ਦੇ ਵਿੱਚੋਂ ਕੱਢ ਕੇ ਬਾਹਰ ਸੁੱਟਣ ਨੂੰ ਕਹਿੰਦਾ ਹੈ, ਰਾਤ ਨੂੰ ਕੱਪੜੇ ਧੋਣ ਨੂੰ ਕਹਿੰਦਾ ਹੈ। ਤੇ ਭਾਈ ਲਹਿਣਾ ਵਰਗੇ 7 ਬਚਨ ਕਰਕੇ ਉਸ ਹੁਕਮ ਨੂੰ ਸਿਰ ਤੇ ਮੰਨ ਲੈਂਦੇ ਹਨ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰੀਖਿਆ ਲੈਂਦੇ ਹਨ। 12 ਸਾਲ ਕਹਿੰਦੇ ਨੇ ਇਤਿਹਾਸਕਾਰ ਗਾਗਰ ਢੋਈ ਗੁਰੂ ਸਾਹਿਬ ਜੀ ਨੂੰ ਦੀ ਸੇਵਾ ਕੀਤੀ, ਪਾਣੀ ਦੀ ਸੇਵਾ ਕੀਤੀ, ਹੋਰ ਬੇਅੰਤ ਸੇਵਾਵਾਂ ਕੀਤੀਆਂ, ਔਰ ਕਦੀ ਵੀ ਆਪਣੀ ਕੁੜਮਾਈ ਦਾ ਜਿਹੜਾ ਸੀ ਮਾਣ ਨਹੀਂ ਰੱਖਿਆ ਕਿ ਮੈਂ ਇਹਨਾਂ ਦਾ ਕੁੜਮ ਹਾਂ, ਕਿ ਲੋਕ ਕੀ ਕਹਿਣਗੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਅੱਜ ਇੱਕ ਸਵਾਲ ਖੜਾ ਕਰ ਦਿੱਤਾ ਵੀ ਥੜੇ ਬਣਾਓ। ਜਿਹੜਾ ਥੜਾ ਵਧੀਆ ਬਣਾਵੇਗਾ ਉਸ ਥੜੇ ਦੇ ਉੱਤੇ ਅਸੀਂ ਬੈਠਾਂਗੇ। ਹੁਣ ਥੜੇ ਬਣਾਏ ਜਾ ਰਹੇ ਹਨ। ਇੱਧਰ ਭਾਈ ਰਾਮਾ ਜੀ ਵੀ ਜਿਹੜੇ ਹਨ ਆਪਣੀ ਤਗਾੜੀ ਲੈ ਕਰਕੇ, ਸਾਰੇ ਔਜ਼ਾਰ ਲੈ ਕਰਕੇ ਬੈਠ ਗਏ ਹਨ, ਥੜਾ ਬਣਾਉਣਾ ਸ਼ੁਰੂ ਕੀਤਾ। ਦੂਜੇ ਪਾਸੇ ਭਾਈ ਜੇਠਾ ਜੀ ਵੀ ਜਿਹੜੇ ਹਨ ਉਹ ਵੀ ਲੱਗੇ ਹੋਏ ਹਨ। ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਆਏ, ਆ ਕੇ ਭਾਈ ਰਾਮੇ ਨੂੰ ਕਹਿੰਦੇ ਨੇ ਵੀ ਭਾਈ ਰਾਮਿਆ, ਆ ਥੜਾ ਕਿੱਦਾਂ ਦਾ ਬਣਾਇਆ? ਇਸ ਤਰ੍ਹਾਂ ਦਾ ਵੀ ਕੋਈ ਥੜਾ ਬਣਾਉਂਦਾ ਹੈ? ਪਰ ਰਾਮੇ ਨੂੰ ਤਾਂ ਇਹ ਸੀ ਕਿ ਅੱਜ ਥੜਾ ਬੜਾ ਵਧੀਆ ਬਣਿਆ। ਮਨ ਵਿੱਚ ਸ਼ੰਕਾ ਹੋਈ ਵੀ ਇੰਨਾ ਵਧੀਆ ਥੜਾ ਮੈਂ ਬਣਾਇਆ, ਵੀ ਹਾਲੇ ਵੀ ਕਹਿ ਰਹੇ ਨੇ ਵੀ ਥੜਾ ਚੰਗਾ ਨਹੀਂ ਬਣਿਆ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਰਾਮਿਆ ਇਸ ਥੜੇ ਨੂੰ ਢਾਹ ਦੇ। ਕਹਿਣਾ ਚਾਹੁੰਦੇ ਸਨ ਵੀ ਨਹੀਂ, ਪਰ ਫਿਰ ਵੀ ਗੁਰੂ ਸਾਹਿਬ ਜੀ ਦੇ ਅਦਬ ਨੂੰ ਮੁੱਖ ਰੱਖਦਿਆਂ ਹੋਇਆਂ ਥੜਾ ਢਾਹ ਦਿੱਤਾ। ਜਦੋਂ ਭਾਈ ਜੇਠੇ ਜੀ ਵੱਲ ਗਏ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਥੜਾ ਚੰਗਾ ਨਹੀਂ ਬਣਾਇਆ। ਉਹਨਾਂ ਨੇ ਕਿਹਾ 7 ਵਜੇ ਸਤਿਗੁਰੂ ਜੀ ਢਾਹ ਦਿੰਦੇ ਹਾਂ, ਨਵਾਂ ਬਣਾਵਾਂਗੇ। ਅਗਲਾ ਦਿਨ ਫਿਰ ਹੋਇਆ। ਅਗਲੇ ਦਿਨ ਸਤਿਗੁਰੂ ਜੀ ਫਿਰ ਆਏ, ਭਾਈ ਰਾਮੇ ਨੂੰ ਕਹਿਣ ਲੱਗੇ, ਭਾਈ ਰਾਮਿਆ ਤੂੰ ਥੜਾ ਸਹੀ ਨਹੀਂ ਬਣਾਇਆ। ਉਹ ਕਹਿਣ ਲੱਗਾ ਕਮਾਲ ਹੋ ਗਈ, ਕੱਲ ਵੀ ਥੜਾ ਬੜਾ ਸੋਹਣਾ ਬਣਾਇਆ ਸੀ, ਅੱਜ ਵੀ ਸੋਹਣਾ ਬਣਾਇਆ ਹੈ, ਪਰ ਤੁਹਾਨੂੰ ਪਤਾ ਨਹੀਂ ਕੀ ਗੱਲ, ਪਸੰਦ ਕਿਉਂ ਨਹੀਂ ਆਉਂਦਾ।
ਕਹਿਣ ਲੱਗੇ ਭਾਈ ਰਾਮਿਆ, ਥੜਾ ਇਸ ਤਰ੍ਹਾਂ ਦਾ ਨਹੀਂ ਬਣਨਾ, ਥੜਾ ਹੋਰ ਤਰੀਕੇ ਨਾਲ ਬਣਨਾ ਹੈ। ਇਹਦੇ ਵਿੱਚ ਅਜੇ ਊਣਤਾਈ ਹੈ, ਸਾਡੇ ਮਨ ਨੂੰ ਨਹੀਂ ਪਾਇਆ। ਮਨ ਨਹੀਂ ਸੀ ਚਾਹੁੰਦਾ ਵੀ ਢਾਹ ਦੇਵਾਂ, ਪਰ ਓਪਰੇ ਜੇ ਮਨ ਦੇ ਨਾਲ ਅੱਜ ਫਿਰ ਢਾਹ ਦਿੱਤਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਗਏ, ਉਹਨਾਂ ਨੂੰ ਕਿਹਾ ਕਿ ਤੁਹਾਡਾ ਵੀ ਥੜਾ ਜਿਹੜਾ ਚੰਗਾ ਨਹੀਂ ਬਣਿਆ। ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰੂ ਜੀ ਬਣਨਾ ਵੀ ਨਹੀਂ ਚੰਗਾ। ਸਤਿਗੁਰੂ ਜੀ ਕਹਿਣ ਲੱਗੇ ਕਿਉਂ? ਕਹਿਣ ਲੱਗੇ ਸਾਡੀ ਮੱਤ ਜਿਹੜੀ ਹੈ ਉਹ ਥੋੜੀ ਹੈ, ਤੇ ਤੁਸੀਂ ਸਵੇਰੇ ਕੁਝ ਦੱਸ ਕੇ ਜਾਂਦੇ ਹੋ, ਸ਼ਾਮ ਨੂੰ ਭੁੱਲ ਜਾਂਦੇ ਹੋ। ਤੁਸੀਂ ਆਪ ਬਖਸ਼ਿਸ਼ ਕਰੋ ਤੇ ਅਗਲੇ ਦਿਨ ਅਸੀਂ ਫਿਰ ਵਧੀਆ ਸੋਹਣਾ ਬਣਾਵਾਂਗੇ। ਅਗਲਾ ਦਿਨ ਹੋਇਆ, ਭਾਈ ਰਾਮੇ ਨੂੰ ਥੜਾ, ਭਾਈ ਰਾਮਾ ਜਿਹੜਾ ਥੜਾ ਬਣਾ ਕੇ ਬੈਠਾ ਹੈ। ਗੁਰੂ ਅਮਰਦਾਸ ਜੀ ਗਏ, ਕਹਿਣ ਲੱਗੇ ਭਾਈ ਰਾਮਿਆ ਥੜਾ ਚੰਗਾ ਨਹੀਂ ਬਣਿਆ। ਭਾਈ ਰਾਮਾ ਕਹਿੰਦਾ ਵੀ ਨਹੀਂ, ਅੱਜ ਤੁਸੀਂ ਭਾਵੇਂ ਕਹੋ ਤਾਂ ਵੀ ਮੈਂ ਥੜਾ ਨਹੀਂ ਢਾਉਣਾ, ਕਿਉਂਕਿ ਤੁਸੀਂ ਹੋ ਗਏ ਹੋ ਬਜ਼ੁਰਗ, ਤੁਹਾਡੀ 95-96 ਸਾਲ ਦੀ ਉਮਰ ਹੋ ਗਈ ਹੈ। ਤੁਸੀਂ ਦਿਨੇ ਕੁਝ ਦੱਸਦੇ ਹੋ, ਸਵੇਰੇ ਕੁਝ ਦੱਸਦੇ ਹੋ, ਸ਼ਾਮ ਨੂੰ ਆ ਕਰਕੇ ਕਹਿੰਦੇ ਚੰਗਾ ਨਹੀਂ ਬਣਿਆ, ਅੱਜ ਮੈਂ ਨਹੀਂ ਢਾਉਣਾ। ਇੰਨਾ ਸੋਹਣਾ ਥੜਾ ਬਣਿਆ ਤੇ ਤੁਸੀਂ ਰੋਜ਼ ਢਾਈ ਜਾਂਦੇ ਹੋ। ਸਤਿਗੁਰੂ ਜੀ ਕਹਿਣ ਲੱਗੇ ਚਲੋ ਤੇਰੀ ਮਰਜ਼ੀ। ਸਤਿਗੁਰੂ ਜੀ ਆ ਗਏ। ਜਦੋਂ ਗਏ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਭਾਈ ਜੇਠੇ ਜੀ ਦੇ ਕੋਲ, ਕਹਿਣ ਲੱਗੇ ਭਾਈ ਜੇਠਿਆ ਤੇਰਾ ਵੀ ਥੜਾ ਸੋਹਣਾ ਨਹੀਂ ਬਣਿਆ। ਸਤਿਗੁਰੂ ਜੀ ਕਹਿਣ ਲੱਗੇ ਭਾਈ ਰਾਮਿਆ, ਭਾਈ ਜੇਠਿਆ ਇਹ ਥੜੇ ਨੂੰ ਢਾਹ ਦੇ। ਹੁਣ ਅੱਜ ਤਾਂ ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟ ਕੇ ਫੜ ਲਿਆ। ਕਹਿਣ ਲੱਗੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਇਹ ਸਤਿਗੁਰੂ ਜੀ ਤੁਸੀਂ ਕਰਨ ਕਾਰਨ ਸਮਰੱਥ ਹੋ ਤੇ ਅਸੀਂ ਥੋੜੀ ਮਤ ਵਾਲੇ ਹਾਂ, ਕਿਉਂਕਿ ਹਮ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ। ਸਤਿਗੁਰੂ ਜੀ ਇਹ ਤਾਂ ਤੁਸੀਂ ਬਖਸ਼ਿਸ਼ ਕਰ ਰਹੇ ਹੋ, ਜਿਹੜਾ ਸਾਨੂੰ ਇੰਨਾ ਮਾਣ ਬਖਸ਼ ਰਹੇ ਹੋ। ਅਸੀਂ ਤਾਂ ਖਿੰਨ ਖਿੰਨ ਭੁੱਲਣਹਾਰ ਹਾਂ। ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ, ਸਮਝਾ ਕੇ ਜਾਂਦੇ ਹੋ, ਅਸੀਂ ਸ਼ਾਮ ਤੱਕ ਭੁੱਲ ਜਾਂਦੇ ਹਾਂ। ਪਰ ਇਹ ਥੜਾ ਹੁਣ ਸਤਿਗੁਰੂ ਜੀ ਤੇਰੀ ਕਿਰਪਾ ਤੋਂ ਬਗੈਰ ਤੁਸੀਂ ਆਪ ਸਮਰੱਥਾ ਬਖਸ਼ਿਸ਼ ਕਰੋ ਤੇ ਤਾਂ ਥੜਾ ਬਣ ਸਕਦਾ, ਨਹੀਂ ਤਾਂ ਇਹ ਥੜਾ ਅੱਜ ਤੱਕ ਕੋਈ ਦੁਨੀਆ ਦਾ ਕੋਈ ਮਿਸਤਰੀ ਇਸ ਤੁਹਾਡੇ ਬਹਿਣ ਜੋਗੇ ਥੜਾ ਜਿਹੜਾ ਨਹੀਂ ਬਣਾ ਸਕਦਾ, ਕਿਉਂਕਿ ਜਿੱਥੇ ਤੁਸੀਂ ਬੈਠਣਾ ਉਹ ਥੜਾ ਹੀ ਵੱਖਰਾ ਹੈ। ਉਹ ਥੜਾ ਸਾਡੇ ਤੋਂ ਨਹੀਂ ਬਣ ਸਕਦਾ। ਇੰਨਾ ਕਹਿ ਕਰਕੇ ਜਦੋਂ ਉਸ ਕਈ ਦੇ ਨਾਲ ਥੜੇ ਨੂੰ ਢਾਉਣ ਲੱਗੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠੇ ਦਾ ਹੱਥ ਫੜ ਕਰਕੇ ਗਲਵਕੜੀ ਦੇ ਵਿੱਚ ਲੈ ਲਿਆ। ਕਹਿਣ ਲੱਗੇ ਭਾਈ ਜੇਠਿਆ ਇਹਨਾਂ ਥੜਿਆਂ ਤੋਂ ਮੈਂ ਕੀ ਲੈਣਾ ਹੈ? ਮੈਂ ਤਾਂ ਵੇਖਣਾ ਚਾਹੁੰਦਾ ਸੀ ਕਿ ਕਿਸ ਦੇ ਅੰਦਰ ਦਾ ਥੜਾ ਸੋਹਣਾ ਬਣ ਚੁੱਕਾ ਹੈ, ਕਿਹਦੇ ਅੰਦਰ ਨਿਮਰਤਾ ਆ ਚੁੱਕੀ ਹੈ। ਮੈਂ ਤਾਂ ਉਹ ਥੜਾ ਵੇਖਣਾ ਸੀ ਜਿਸ ਥੜੇ ਦੇ ਉੱਤੇ ਗੁਰੂ ਨਾਨਕ ਦੀ ਜੋਤ ਟਿਕ ਸਕੇ, ਜਿਸ ਥੜੇ ਦੇ ਉੱਤੇ ਤੇਰੀ ਪੀੜ੍ਹੀ ਜਿਹੜੀ ਹੈ ਉਹ ਬੈਠ ਸਕੇ, ਕਿਉਂਕਿ ਚੱਲੀ ਪੀੜ੍ਹੀ ਸੋਢੀਆਂ ਰੂਪ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ। ਤੇਰੀਆਂ ਜਿਹੜੀ ਪੀੜ੍ਹੀਆਂ ਜਿਹੜੀਆਂ ਨੇ ਇਸੇ ਥੜੇ ਤੇ ਬੈਠਿਆ ਕਰਨਗੀਆਂ ਤੇ ਇਹ ਸੋਢੀ ਜਿਹੜੀ ਪੀੜ੍ਹੀ ਹੈ ਇਹ ਇਸੇ ਤਰ੍ਹਾਂ ਜਿਹੜੀ ਹੈ ਸੰਸਾਰ ਦੇ ਵਿੱਚ ਲੋਕਾਂ ਨੂੰ ਰੋਸ਼ਨ ਕਰੇਗੀ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਦਾ ਮਨ ਬਣਾਇਆ। ਭਾਈ ਬੁੱਢਾ ਜੀ ਨੂੰ ਬੁਲਾਇਆ, ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਜੇਠੇ ਨੂੰ ਇਸ਼ਨਾਨ ਕਰਾ ਕਰਕੇ
ਗੁਰੂ ਦਰਬਾਰ ਦੇ ਵਿੱਚ ਲੈ ਕੇ ਆਓ। ਉੱਥੇ ਆਪ ਜੀ ਨੇ ਆ ਕਰਕੇ 5 ਪੈਸੇ ਅਤੇ ਨਾਰੀਅਲ ਰੱਖ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮੱਥਾ ਟੇਕਿਆ, ਹਿਦਾਇਤ ਕੀਤੀ ਕਿ ਆਓ ਸਾਰੇ ਜਣੇ ਤੁਸੀਂ ਆ ਕਰਕੇ ਗੁਰੂ ਰਾਮਦਾਸ ਜੀ ਦੇ ਪੈਰੀ ਪਾਓ। ਤੇ ਸਾਰੀ ਸੰਗਤ ਝੁਕੀ, ਪਰ ਮੋਹਨ ਜਿਹੜਾ ਸੀ ਉਹ ਮੁਨਕਰ ਹੋਇਆ, ਪਰ ਜਿਹੜਾ ਮੋਰੀ ਸੀ ਉਹ ਅੱਗੇ ਹੋ ਕੇ ਗੁਰੂ ਦੇ ਬਚਨਾਂ ਤੇ ਤੁਰਦਾ ਹੋਇਆ ਉਹਨੇ ਆ ਕੇ ਮੱਥਾ ਟੇਕਿਆ। ਤੇ ਬਾਬਾ ਸੁੰਦਰ ਵਰਗਿਆਂ ਜੀ ਨੇ ਕਿਹਾ ਸੀ, ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸ ਦੇ ਪੈਰੀ ਪਾਈ ਜੀਓ। ਇਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੇਵਾ ਸਿਮਰਨ ਭਾਉ ਭਗਤੀ ਨਹੀਂ ਛੱਡਿਆ, ਉਹਨਾਂ ਦੇ ਬਾਰੇ ਸਤਿਗੁਰੂ ਜੀ ਕਹਿ ਰਹੇ ਨੇ, ਜਿਨੀ ਤੋਂ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਵ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਆਓ 2 ਪੰਕਤੀਆਂ ਅਗਲੀਆਂ ਨੇ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਸੀਸਗੰਜ ਸਾਹਿਬ ਜੀ ਆਗੇ ਹਨ, ਉਹਨਾਂ ਤੋਂ ਆਪਾਂ ਸਾਰਿਆਂ ਨੇ ਕੀਰਤਨ ਸਰਵਣ ਕਰਨਾ ਹੈ। ਤਨ ਸੋ ਤੇਰਾ ਥਾਨ ਹੈ, ਸਚ ਤੇਰਾ ਪੈਸ ਕਾਰਿਆ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਦਿੱਤਾ ਤਾਂ ਮਨ ਸਦਾਰਿਆ, ਗੁਰ ਦਿੱਤਾ ਤਾਂ ਮਨ ਸਦਾਰਿਆ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। 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 ਜਿਨ ਸਿਰਿਆ ਤਿਨੈ ਸਵਾਰਿਆ। ਜਿਨ ਸਿਰਿਆ ਤਿਨੈ ਸਵਾਰਿਆ। ਵਾਹਿਗੁਰੂ। ਇੰਨੀ ਸੇਵਾ ਪ੍ਰਵਾਨ ਕਰਨੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ